ਬੰਗਾਲ, ਝਾਰਖੰਡ ਅਤੇ ਪੰਜਾਬ ਦੀਆਂ ਹਰ ਖਬਰਾਂ, देश तो लैके विदेश दियां हर हलचलां, ਗੱਲ ਹੋਵੇਗੀ ਗੁਰਬਾਣੀ ਵਿਚਾਰ ਦੀ, सिक्खी सिद्धांतां दी, ਪੰਜਾਬੀਆਂ ਅਤੇ ਸਿੱਖਾਂ ਦੇ ਹੱਕ ਦੀ ਗੱਲ। पंजाबी पोस्ट 7 दिन ਬੰਗਾਲ SDTV ਤੇ। ਪੰਜਾਬ ਤੋਂ ਲੈ ਕੇ ਬੰਗਾਲ ਦੀਆਂ ਹਲਚਲਾਂ, ਦੇਸ਼ ਤੋਂ ਲੈ ਕੇ ਵਿਦੇਸ਼ ਦੀਆਂ ਗੱਲਾਂ, ਗੱਲ ਹੋਵੇਗੀ ਸਮਾਜ ਦੀ, ਸਿੱਖਾਂ ਦੀ ਚੜ੍ਹਦੀ ਕਲਾ ਦੀ ਗੱਲ ਪੰਜਾਬੀਆਂ ਅਤੇ ਪੰਜਾਬੀਅਤ ਦੀ, ਰਾਜਨੀਤੀ ਦੇ ਨਾਲ ਸਿੱਖਾਂ ਦੇ ਹੱਕ ਦੀ ਗੱਲ। ਕੌਮ ਦੇ ਗੱਦਾਰ ਹੋ ਜਾਣ ਸਾਵਧਾਨ। ਸਾਡੇ ਸਿਰ ਤੇ ਆਸਰਾ ਗੁਰੂ ਗ੍ਰੰਥ ਸਾਹਿਬ ਜੀ ਦਾ। ਪੰਜਾਬੀ ਪੋਸਟ 7 ਦਿਨ ਬੰਗਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੇ ਦਰਸ਼ਕ ਦੇਖ ਰਹੇ ਜੋ SDTV ਤੇ ਮੈਂ ਮੋਹਨ ਸਿੰਘ। ਸ਼ੁਰੂ ਕਰਦਾ ਹਾਂ ਪੰਜਾਬੀ ਪੋਸਟ 7 ਦਿਨ ਬੰਗਾਲ ਦੀਆਂ ਖਬਰਾਂ। ਸਾਬਕਾ ਜਥੇਦਾਰ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਜੀ ਦੇ ਗਿਆਨੀ ਇਕਬਾਲ ਸਿੰਘ ਹੋਣਾ ਨੇ ਦਿੱਤਾ ਹੈ ਵਿਵਾਦਿਤ ਬਿਆਨ। ਇਸ ਬਿਆਨ ਦਾ ਘੋਰ ਨਿੰਦਾ ਹੋ रही है सिख समाज वालों। जत्थेदार के तौर पर मोदी जी ने हमको स्वयं यहाँ आमंत्रित किया है और क्योंकि गुरु गोविंद सिंह जी मर्यादा पुरुषोत्तम रामचंद्र जी के जो बड़े पुत्र लव थे उनके वंशज हैं गुरु गोविंद सिंह जी, और कुशु के वंशज हैं गुरु नानक देव जी बेदी थे, और सोडी जो है गुरु गोविंद सिंह जी वो लव के वंशज हैं। तो हमारे तो पूर्वज थे, तो अपने पूर्वज मर्यादा रामचंद्र जी के जो जन्मभूमि है वहाँ का जो भूमि पूजन हो रहा है और वहाँ का नींव रखा जा रहा है। भव्य मंदिर जो कि पूरी दुनिया में हिंदुस्तान की एक अलग शान होगी, शोभा होगी। जैसे हिंदुस्तान पहले विश्व गुरु रहा और मोदी जी उसी ओर लगे हुए हैं कि फिर हिंदुस्तान को विश्व गुरु के रूप में उसको स्थापित करना है। तो उसके लिए जो भगवान रामचंद्र जी का ये जो भव्य मंदिर बनेगा ये पूरी दुनिया में एक अलौकिक होगा। ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਹੋਣਾ ਦੇ ਇਸ ਬਿਆਨ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਵੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਤਖਤ ਸ੍ਰੀ ਪਟਨਾ ਸਾਹਿਬ ਜੀ ਦੇ ਕਮੇਟੀ ਦੇ ਮੈਂਬਰਾਂ ਨੇ ਵੀ ਇਸ ਦਾ ਕੀਤਾ ਹੈ ਪੁਰਜੋਰ ਵਿਰੋਧ। ਅੱਜ ਸਾਡੀ ਜੂਮ ਤੇ ਇੱਕ ਮੀਟਿੰਗ ਹੋਈ, ਐਮਰਜੈਂਸੀ ਮੀਟਿੰਗ ਇਹ ਕਹੀ ਅਸੀਂ ਉਹਨਾਂ ਨੂੰ, ਜਿਹੜੀ ਕੱਲ ਸਾਡੇ ਸਾਬਕਾ ਜਥੇਦਾਰ ਇਕਬਾਲ ਸਿੰਘ ਨੇ ਜੋ ਅਯੋਧਿਆ ਵਿੱਚ ਹਾਜ਼ਰੀ ਭਰੀ और ਹਾਜ਼ਰੀ ਭਰ ਕੇ ਜੋ ਉਹਨਾਂ ਨੇ ਸਿੱਖੀ ਉੱਤੇ ਬਿਆਨ ਦਿੱਤੇ ਜਿਹੜੇ ਸਿੱਖੀ ਮਰਿਆਦਾ ਦੇ ਇੱਕਦਮ ਉਲਟ। ਹਾਂਜੀ, ਠੀਕ ਹੈ ਨਾ। ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਮੈਂ ਐਜ ਜਥੇਦਾਰ ਪਟਨਾ ਹਾਜ਼ਰੀ ਭਰ ਰਿਹਾ ਪ੍ਰਧਾਨ ਮੰਤਰੀ ਦੇ ਉੱਤੇ ਇੰਟਰਵੈਂਸ਼ਨ ਉੱਤੇ। ਫੈਕਟ ਹੈ ਕਿ ਉਹ ਪਟਨਾ ਦੇ ਜਥੇਦਾਰ ਸਾਬਕਾ ਨੇ ਅੱਜ ਦੀ ਡੇਟ ਚ ਨੇ, ਉਹ ਕਦੋਂ ਹੀ ਰਿਜ਼ਾਈਨ ਕਰਕੇ ਇੱਥੋਂ ਜਾ ਚੁੱਕੇ ਨੇ। और दूसरी बात इन्होंने अपने किसी ऐसे रूप ਨੂੰ ਦਿਖਾਉਣ ਵਾਸਤੇ ਪ੍ਰਧਾਨ ਮੰਤਰੀ ਆਫਿਸ ਨੂੰ ਵੀ ਗੁੰਮਰਾਹ ਕਰਕੇ ਚਿੱਠੀ ਉਹਨਾਂ ਕੋਲੋਂ ਪ੍ਰੋਕਿਓਰ ਕੀਤੀ ਹੈ। ਇਹ ਦੱਸਣਾ ਇਹ ਚਾਹੁੰਦੇ ਨੇ ਕਿ ਸਿੱਖੀ ਹੈ ਹੀ ਨਹੀਂ, ਇਹ ਤੇ ਰਾਮ ਦੇ ਰੂਪ ਵਿੱਚੋਂ ਆ ਰਹੀ ਹੈ। ਇਹ ਕੀ ਨਾ ਹੈ, ਸਾਡੇ ਜਿਹੜੇ 4 ਸਾਹਿਬਜ਼ਾਦੇ ਨੇ ਰਾਮ ਕੀ ਨਾ ਹੈ, ਬ੍ਰਹਮਾ ਵਿਸ਼ਨੂੰ ਮਹੇਸ਼ ਤੋਂ ਆ ਰਹੇ ਨੇ। ਇਹਨਾਂ ਨੇ ਨਾ ਪਟਨੇ ਤਖਤ ਤੇ ਰਹਿੰਦੇ ਹੋਏ ਕੋਈ ਸਿੱਖੀ ਦੀ ਸੇਵਾ ਕੀਤੀ ਹੈ, ਜਿਹਦੇ ਕਾਰਨ ਉੱਥੇ ਜਨਤਾ ਚ ਸੰਗਤ ਚ ਰੋਸ ਰਿਹਾ ਔਰ ਇਹਨਾਂ ਨੂੰ ਜਾਣਾ ਵੀ ਪਿਆ। ਇਹਨਾਂ ਦੇ ਬੱਚਿਆਂ ਨੇ ਵੀ ਜੋ ਧਰਮ ਔਰ ਮਰਿਆਦਾ ਦੀ ਬੇਅਦਬੀ ਕੀਤੀ ਹੈ, ਇਸ ਨਾਤੇ ਅਸਾਂ ਇਹ ਡਿਸਾਈਡ ਕੀਤਾ ਕਿ ਅਸੀਂ ਅਗਲੀ ਫੇਰ ਮੀਟਿੰਗ ਕਰਾਂਗੇ ਔਰ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਹੈ ਅਸਾਂ ਕਿ ਇਹਨਾਂ ਨੂੰ ਜੋ ਉਚਿਤ ਦੰਡ ਲਾਣਾ ਹੈ, ਜੋ ਇਹਨਾਂ ਉੱਤੇ ਕਾਰਵਾਈ ਕਰਨੀ ਹੈ, ਧਰਮ ਮਰਿਆਦਾ ਨੂੰ ਰੱਖ ਕਰਕੇ ਕੀਤੀ ਜਾਏ ਔਰ ਇਹਨਾਂ ਨੂੰ ਪੰਥ ਤੋਂ ਛੇਕਿਆ ਜਾਏ। ਨਾਲ ਹੀ ਅਸਾਂ ਨਾਲ ਹੀ ਅਸਾਂ ਮੰਦਰ ਵਾਸਤੇ ਹਿੰਦੂਆਂ ਨੂੰ ਵਧਾਈ ਵੀ ਦਿੱਤੀ ਹੈ ਕਿ ਰਾਮ ਜਿਹੜੇ ਨੇ ਬਹੁਤ ਹੀ ਉੱਚੇ ਉਹਨੇ ਔਰ ਸਿੱਖੀ ਜਿਹੜੀ ਹੈ ਆਪਣੇ ਰੂਪ ਤੇ ਚੱਲਦੇ ਹੋਏ ਰਾਮ ਦੇ ਜਿਹੜੇ ਭਗਤ ਨੇ ਉਹਨਾਂ ਨੂੰ ਵਧਾਈ ਦਿੰਦੀ ਹੈ। ਬਸ ਪਟਨਾ ਸਾਹਿਬ ਹੀ ਨਹੀਂ, ਸੰਸਾਰ ਭਰ ਦੇ ਵਿੱਚ ਵਸੇ ਸਿੱਖ ਸੰਸਥਾਵਾਂ ਵੀ ਕਰ ਰਹੀਆਂ ਨੇ ਇਸ ਦਾ ਵਿਰੋਧ। ਪੱਛਮੀ ਬੰਗਾਲ ਦੀ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਤਜਿੰਦਰ ਸਿੰਘ ਹੋਣਾ ਨੇ ਵੀ ਕੀਤਾ ਹੈ ਇਸ ਦਾ ਵਿਰੋਧ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਤਜਿੰਦਰ ਸਿੰਘ ਬਲ, ਮੁੱਖ ਸੇਵਾਦਾਰ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਪੱਛਮੀ ਬੰਗਾਲ, ਆਪ ਸੰਗਤਾਂ ਦੇ ਸਮਕਸ਼ ਪਿਛਲੀ 5 ਅਗਸਤ ਨੂੰ ਜਿਹੜੀ ਅਯੋਧਿਆ ਵਿਖੇ ਸ਼੍ਰੀ ਰਾਮਚੰਦਰ ਜੀ ਦੀ ਜਨਮ ਸਥਾਨ ਦੇ ਉੱਤੇ ਰਾਮ ਮੰਦਿਰ ਦੀ ਸਥਾਪਨਾ ਕੀਤੀ ਗਈ ਜਾਂ ਭੂਮੀ ਪੂਜਾ ਦਾ ਜਿਹੜਾ ਪ੍ਰੋਗਰਾਮ ਸੀਗਾ ਸਰਕਾਰੀ ਤੌਰ ਦੇ ਉੱਤੇ, ਉੱਥੇ ਸਾਡੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦੀ ਸ਼ਮੂਲੀਅਤ ਦੇ ਬਾਰੇ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨੇ ਹਨ। 2-3 ਬਿੰਦੂਆਂ ਤੇ ਦਾਸ ਇਸ ਪੂਰੀ ਭਾਰਤ ਦੀ ਸਿੱਖ ਸੰਗਤ ਵੱਲੋਂ ਆਪਣਾ ਵਿਰੋਧ ਦਰਜ ਕਰਾਉਣਾ ਚਾਹੁੰਦਾ ਹੈ। ਪਹਿਲੀ ਜਿਹੜੀ ਬਿੰਦੂ ਹੈ ਉਹ ਇਹ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਮੌਜੂਦਾ ਜਥੇਦਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਤੌਰ ਤੇ ਪ੍ਰਸਤੁਤ ਕੀਤਾ ਹੈ ਉਸ ਪ੍ਰੋਗਰਾਮ ਦੇ ਅੰਦਰ, ਔਰ ਦੂਸਰਾ ਉਹਨਾਂ ਨੇ ਸਿੱਖ ਸੰਗਤਾਂ ਦੇ ਅਗਵਾਈ ਦੇ ਤੌਰ ਤੇ, ਸਿੱਖ ਆਗੂ ਦੇ ਤੌਰ ਤੇ ਆਪਣੇ ਆਪ ਨੂੰ ਉਸ ਪ੍ਰੋਗਰਾਮ ਦੇ ਅੰਦਰ ਸ਼ਮੂਲੀਅਤ ਦੇ ਵਿੱਚ ਸ਼ਾਮਲ ਕੀਤਾ ਹੈ, ਜੋ ਕਿ ਸੱਚਾਈ ਨਹੀਂ ਹੈ। ਮੌਜੂਦਾ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਜੀ ਗੌਹਰੇ ਮਸਕੀਨ ਹਨ, ਜਿਨ੍ਹਾਂ ਨੂੰ ਬਕਾਇਦਾ ਵਿਧੀ ਵਿਧਾਨ ਦੇ ਅਨੁਸਾਰ ਸਤੰਬਰ 2019 ਤੋਂ ਇਹ ਜਥੇਦਾਰੀ ਕੌਮ ਨੇ ਸੌਂਪੀ ਹੈ। ਔਰ ਮੇਰੀ ਸਮਝ ਦੇ ਮੁਤਾਬਕ ਗਿਆਨੀ ਇਕਬਾਲ ਸਿੰਘ ਜੀ ਕੋਲ ਇਸ ਟਾਈਮ ਕਿਸੇ ਵੀ ਸਿਰਮੌਰ ਸਿੱਖ ਸੰਸਥਾ ਦੀ ਅਗਵਾਈ ਨਹੀਂ ਹੈ। ਔਰ ਤੀਸਰਾ ਸਭ ਤੋਂ ਜਿਹੜਾ ਗਲਤ ਬਿੰਦੂ ਉਹਨਾਂ ਨੇ ਉੱਥੇ ਉਜਾਗਰ ਕੀਤਾ ਹੈ ਆਪਣੇ ਬਿਆਨ ਦੇ ਦੁਆਰਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋ ਖਾਲਸਾ ਪੰਥ ਦੇ ਸਿਰਜਣਹਾਰ ਹਨ, ਉਹਨਾਂ ਦੇ ਪ੍ਰਤੀ ਇਹ ਬਿਆਨ ਦਰਜ ਕਰਾਉਣਾ ਕਿ ਉਹ ਸ੍ਰੀ ਰਾਮਚੰਦਰ ਜੀ ਦੇ ਵੱਡੇ ਬੇਟੇ ਲਵ ਦੇ ਵੰਸ਼ਜ ਹਨ। ਇਹ ਲਵ ਦੇ ਵੰਸ਼ਜ ਹੋਣ ਦਾ ਜੋ ਬਿਆਨ ਗਿਆਨੀ ਇਕਬਾਲ ਸਿੰਘ ਜੀ ਨੇ ਉੱਥੇ ਸਰਕਾਰੀ ਤੌਰ ਤੇ ਜਾਂ ਆਫੀਸ਼ੀਅਲ ਤੌਰ ਤੇ ਦਰਜ ਕਰਾਇਆ ਹੈ, ਇਸ ਦਾ ਪੂਰਬੀ ਭਾਰਤ ਦੀ ਸਿੱਖ ਸੰਗਤ ਪੁਰਜੋਰ ਤਰੀਕੇ ਨਾਲ ਵਿਰੋਧ ਕਰਦੀ ਹੈ ਔਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਔਰ ਉੱਥੇ ਦੀ ਪ੍ਰਬੰਧਕ ਕਮੇਟੀ ਪਾਸੇ ਬੇਨਤੀ ਕਰਦੀ ਹੈ, ਪੁਰਜੋਰ ਤਰੀਕੇ ਨਾਲ ਅਪੀਲ ਕਰਦੀ ਹੈ ਕਿ ਗਿਆਨੀ ਇਕਬਾਲ ਸਿੰਘ ਜੀ ਇਸ ਤਰ੍ਹਾਂ ਦਾ ਦੁঃਸਾਹਸ ਕਰਕੇ ਸਿੱਖ ਕੌਮ ਦੇ ਵਿਰੋਧੀ ਬਿਆਨ ਕਿਸੇ ਵੀ ਇਲੈਕਟ੍ਰੋਨਿਕ ਮੀਡੀਆ ਦੇ ਅੰਦਰ ਦਰਜ ਨਾ ਕਰਾ ਸਕਣ ਔਰ ਇਹਨਾਂ ਨੂੰ ਜੋ ਵੀ ਯੋਗ ਸਜ਼ਾ ਬਣਦੀ ਹੈ, ਯੋਗ ਕਾਰਵਾਈ ਬਣਦੀ ਹੈ ਇਹਨਾਂ ਦੇ ਖਿਲਾਫ ਉਹ ਕੀਤੀ ਜਾਵੇ। ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਨਪੁਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸੁਲਿੰਦਰ ਸਿੰਘ ਹੋਣਾ ਨੇ ਵੀ ਗਿਆਨੀ ਇਕਬਾਲ ਸਿੰਘ ਹੋਣਾ ਦੇ ਵਿਵਾਦਤ ਬਿਆਨ ਤੇ ਕੀਤਾ ਹੈ ਵਿਰੋਧ ਪ੍ਰਦਰਸ਼ਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜਿਹੜੀ ਪ੍ਰੈਸ ਮੀਟ ਆ ਇਹ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਜੀ ਨੂੰ ਲੈ ਕੇ ਆ, ਜਿਹੜੇ ਪਰਸੋਂ ਉਹਨਾਂ ਨੇ ਅਯੋਧਿਆ ਦੀ ਧਰਤੀ ਤੇ ਰਾਮ ਮੰਦਿਰ ਦਾ ਭੂਮੀ ਪੂਜਨ ਹੋਇਆ ਸੀ, ਉੱਥੇ ਉਹ ਗਏ ਸੀ। ਉੱਥੇ ਉਹਨਾਂ ਨੇ ਪਹੁੰਚ ਕੇ ਜਿਹੜਾ ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਔਰ ਉੱਥੇ ਜਿਹੜੀ ਮੌਜੂਦਾ ਸੰਗਤ ਬੈਠੀ ਸੀ ਉੱਥੇ ਉਹਨਾਂ ਨੂੰ ਜਿਹੜਾ ਗੁੰਮਰਾਹ ਕਰਕੇ ਸਾਡੇ ਗੁਰੂ ਸਾਹਿਬਾਂ ਦੇ ਬਾਰੇ ਜਿਹੜਾ ਉਹਨਾਂ ਨੇ ਕੁਝ ਗਲਤ ਬਿਆਨਬਾਜ਼ੀ ਕੀਤੀ ਆ, ਉਸ ਤੋਂ ਸਾਨੂੰ ਬੜਾ ਰੋਸ ਆ ਔਰ ਅਫਸੋਸ ਆ ਕਿ ਜਿਹੜੇ 30 ਤੋਂ 35 ਸਾਲ ਜਿਸ ਬੰਦੇ ਨੇ ਤਖਤ ਸਾਹਿਬ ਦੀ ਸੇਵਾ ਕੀਤੀ ਆ, ਉਹ ਪਿਛਲੇ ਕਈ ਸਾਲਾਂ ਤੋਂ ਇਸ ਤਰ੍ਹਾਂ ਦੇ ਗਲਤ ਬਿਆਨਬਾਜ਼ੀ ਕਰ ਰਿਹਾ ਵਾ ਸਾਡੇ ਗੁਰ ਇਤਿਹਾਸ ਨੂੰ ਲੈ ਕੇ, ਗੁਰੂਆਂ ਨੂੰ ਲੈ ਕੇ। ਇਸ ਲਈ ਸਾਨੂੰ ਅੱਜ ਪ੍ਰੈਸ ਮੀਟਿੰਗ ਬੁਲਾ ਕੇ ਇਸ ਤੋਂ ਰੋਸ ਜ਼ਾਹਿਰ ਕਰ ਰਹੇ ਹਾਂ ਮੀਡੀਆ ਦੇ ਮਾਰਫਤ। ਔਰ ਸਾਡੀ ਮੰਗ ਹੈ ਸਾਡੇ ਸਿੱਖ ਜਿਹੜੀ ਹਾਈ ਅਥਾਰਟੀ ਹੈ, ਸਾਡੇ 5 ਤਖਤਾਂ ਦੇ ਜਥੇਦਾਰਾਂ ਤੋਂ ਕਿ ਇਸ ਗਿਆਨੀ ਇਕਬਾਲ ਸਿੰਘ ਨੂੰ ਜਿੰਨੀ ਜਲਦੀ ਹੋ ਸਕੇ ਤਖਤ ਅਕਾਲ ਤਖਤ ਸਾਹਿਬ ਤੇ ਇਹਨੂੰ ਤਲਬ ਕਰਕੇ ਇਹਨੂੰ ਪੰਥ ਤੋਂ ਸੇਕਿਆ ਜਾਵੇ ਐਸੇ ਇਨਸਾਨ ਨੂੰ। ਔਰ ਜਿਹੜਾ ਸਾਡੀ ਕੜੇ ਸ਼ਬਦਾਂ 'ਤੇ ਮੰਗ ਹੈ ਕਿ ਇਸ ਬੰਦੇ ਨੇ ਜਿਹੜਾ ਸਾਡਾ ਸਿੱਖੀ ਲਿਬਾਸ ਪਾ ਕੇ ਜਿਹੜਾ ਗੁਰ ਇਤਿਹਾਸ ਨੂੰ ਔਰ ਸਿੱਖਾਂ ਦੇ ਇਤਿਹਾਸ ਨੂੰ ਜਿਹੜਾ ਗਲਤ ਪੇਸ਼ ਕਰ ਰਿਹਾ ਵਾ ਸਾਡੀ ਮੌਜੂਦਾ ਸਰਕਾਰ ਦੇ ਸਾਹਮਣੇ, ਔਰ ਜਿਹੜੇ ਹੋਰ ਵੀ ਉੱਥੇ ਜਿਹੜੇ ਹੋਰ ਧਰਮਾਂ ਦੇ ਆਗੂ ਆਏ ਸੀ ਉਹਨਾਂ ਦੇ ਸਾਹਮਣੇ, ਇਸ ਕਰਕੇ ਇਸ ਬੰਦੇ ਨੂੰ ਜਿੰਨੀ ਜਲਦੀ ਹੋ ਸਕੇ ਉਸ ਸਿੱਖ ਲਿਬਾਸ ਤੋਂ ਇਹਨੂੰ ਵੰਚਿਤ ਕੀਤਾ ਜਾਏ ਤਾਂ ਕਿ ਸਿੱਖਾਂ ਦੇ ਵਿੱਚ ਜਿਹੜੀ ਇਸ ਬੰਦੇ ਨੂੰ ਲੈ ਕੇ ਗਲਤ ਫਹਿਮੀਆਂ ਵਾ ਇਹਨੂੰ ਛੇਤੀ ਤੋਂ ਛੇਤੀ ਦੂਰ ਕੀਤਾ ਜਾਵੇ। ਹੋਰ ਵੀ ਕਮਰਿਆਂ ਬਾਰੇ ਤੁਸੀਂ ਕਹਿ ਰਹੇ ਸੀ, ਕਮਰੇ ਜਿਹੜੇ ਰੱਖੇ ਹੋਏ ਨੇ ਇਸ ਬੰਦੇ ਨੇ ਕਮਰੇ ਕਰੀਬ 180 ਦਿਨਾਂ ਤੋਂ ਇਸ ਬੰਦੇ ਨੂੰ ਕਮਰੇ ਜਿਹੜੇ ਆ ਆਪਣੇ ਤਖਤ ਸਾਹਿਬ ਦੇ 4 ਕਮਰੇ ਇਸ ਬੰਦੇ ਨੇ ਤਾਲਾ ਲਾ ਕੇ ਆਪਣੇ ਅੰਡਰ 'ਚ ਰੱਖੇ ਆ। ਪਿਛਲੇ ਦਿਨਾਂ ਇਹਨੂੰ ਤਖਤ ਸਾਹਿਬ ਦੀ ਕਮੇਟੀ ਵੱਲੋਂ ਨੋਟਿਸ ਕੀਤੀ ਗਈ ਹੈ, ਇਸ ਦੇ ਦਰਵਾਜ਼ੇ 'ਤੇ ਨੋਟਿਸ ਵੀ ਲਾਈ ਆ, ਬਾਕਾਇਦਾ ਸਾਰਾ ਜਿਹੜਾ ਇਹਦਾ ਹਿਸਾਬ ਆ ਭਾੜੇ ਦਾ ਉਹ ਸਾਰਾ ਉੱਥੇ ਲਾਇਆ ਹੋਇਆ ਵਾ। ਤਕਰੀਬਨ ਹਿਸਾਬ ਜਿਹੜਾ ਵਾ 40 ਲੱਖ ਦੇ ਲਗਭਗ ਇਹਦਾ ਬਣਦਾ ਵਾ। SGPC ਦੇ ਕਾਨੂੰਨ ਦੇ ਹਿਸਾਬ ਨਾਲ ਜਿਹੜਾ ਵੀ ਬੰਦਾ SGPC ਦੇ ਕੰਮ ਤੋਂ ਅਗਰ ਆਪਣੀ ਮਰਜ਼ੀ ਨਾਲ ਰਿਜ਼ਾਈਨ ਦੇ ਕੇ ਕੰਮ ਛੱਡ ਕੇ ਜਾਂਦਾ ਵਾ
ਤੇ ਜਿਹੜੇ ਵੀ ਕਮਰੇ ਆ ਉਹਦੀ ਤਨਖਾਹ ਜਿਹੜਾ ਵੀ ਮਨੇ ਦੇਣਦਾਰ SGPC ਦਾ ਹੁੰਦਾ ਵਾ 1 ਰੁਪਏ ਤੋਂ 2 ਰੁਪਏ ਉਸ ਦਾ ਹਿਸਾਬ ਹੋ ਜਾਂਦਾ ਵਾ। ਉਸ 2 ਰੁਪਏ ਹਿਸਾਬ ਹੋਣ ਦੇ ਕਾਰਨ ਕਰੀਬ ਇਹਨੂੰ 40 ਲੱਖ ਰੁਪਇਆ ਦੇ ਕੇ ਉਹ ਕਮਰੇ ਖਾਲੀ ਕਰਨੇ ਚਾਹੀਦੇ ਆ। ਆਪਣਾ ਪ੍ਰਬੰਧਕ ਕਮੇਟੀ ਵੱਲੋਂ ਕੀ ਜਥੇਦਾਰਾਂ ਨੂੰ ਲਿਖਿਤ ਅਸੀਂ ਲਿਖਿਤ ਦਿੱਤਾ ਵਾ, ਤੁਹਾਡੇ ਸਾਹਮਣੇ ਸਾਡੀ ਚਿੱਠੀ ਮੌਜੂਦ ਆ। ਅਸੀਂ ਕੱਲ੍ਹ ਆਪਣੀ ਜਿਹੜੀ ਸ਼ਿਕਾਇਤ ਆ ਆਪਣੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਸੀਂ ਲਿਖਤੀ ਭੇਜਤੀ ਆ ਕਿ ਇਸ 'ਤੇ ਛੇਤੀ ਤੋਂ ਛੇਤੀ ਸਾਡੇ ਬੰਗਾਲ ਦੀ ਸਿੱਖ ਸੰਗਤ ਵੱਲੋਂ ਜਿਹੜੀ ਵੀ ਸਿੱਖ ਲਾਅ ਦੇ ਹਿਸਾਬ ਨਾਲ ਜਿਹੜਾ ਸਾਡਾ ਕਾਨੂੰਨ ਬਣਦਾ ਵਾ ਇਸ ਬੰਦੇ ਦੇ ਉੱਤੇ ਤੁਰੰਤ ਕਾਨੂੰਨ ਲਾਗੂ ਕੀਤਾ ਜਾਵੇ। ਬਨਪੁਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟੇਜ ਸਕੱਤਰ ਪਰਮਜੀਤ ਸਿੰਘ ਹੁਣਾਂ ਨੇ ਆਖਿਆ ਹੈ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਇਹ ਮੰਦਰ ਦਾ ਜੋ ਫੈਸਲਾ ਹੈ ਅਤੇ ਮੰਦਰ ਨਿਰਮਾਣ ਦਾ ਜੋ ਕੰਮ ਕੀਤਾ ਹੈ ਇੱਕ ਭਾਈਚਾਰੇ ਦੇ ਸਾਦਗੀ ਨਜ਼ਰ ਆਉਂਦੀ ਹੈ, ਉਸੇ ਤਰ੍ਹਾਂ ਹੀ ਸਿੱਖ ਕੌਮ ਦੇ ਜਬਰਨ ਗੁਰਦੁਆਰਿਆਂ ਨੂੰ ਢਾਇਆ ਗਿਆ ਹੈ ਉਹਨਾਂ ਨੂੰ ਵੀ ਮੁੜ ਸਿੱਖਾਂ ਨੂੰ ਦਿੱਤਾ ਜਾਵੇ ਤਾਂ ਕਿ ਜੋ ਭਾਈਚਾਰੇ ਦੀ ਮਿਸਾਲ ਹੈ ਉਹ ਹੋਰ ਕਾਇਮ ਹੋ ਸਕੇ। वाहिगुरु जी का खालसा वाहिगुरु जी की फ़तेह। मैं सबसे पहले हमारे जितने भी मीडिया से भाई हमारे पास पहुँचे हैं उनका गुरुद्वारा प्रबंधक कमेटी बनपुर की तरफ से स्वागत करता हूँ। और आज का जो प्रेस मीट है उसकी कुछ ज़रूरी रिलीज़ है जो ज्ञानी इकबाल सिंह जी ने पटना साहिब की धरती पे जाके हमारे दसम पातशाही धन श्री गुरु गोविंद सिंह जी महाराज के इतिहास को लेके जो तोड़ मरोड़ के वहाँ नेशनल मीडिया के सामने प्रस्तुत किया उसका हम पूरी सिख संगत वेस्ट बंगाल की तरफ से खंडन करते हैं। और प्रेस रिलीज़ जारी करने का एक और रीज़न है कि हम अपने पूरे पश्चिम बर्दवान वेस्ट बंगाल की जितनी भी गुरुद्वारा प्रबंधक कमेटियाँ हैं उनसे दरख्वास्त करते हैं कि ज्ञानी इकबाल सिंह को आज के बाद से किसी भी गुरुद्वारा गुरपर्व समागम में बाइकआउट किया जाए। अगर वो किसी भी गुरपर्व या किसी भी समागम में वेस्ट बंगाल की धरती पे आते हैं गुरुद्वारा प्रबंधक कमेटी उसका पुरजोर विरोध करेगी। हम इसीलिए सारे गुरुद्वारा प्रबंधक कमेटियों को एक चिट्ठी भी जाहिर करेंगे और हमने एक चिट्ठी हमारे जथेदार ज्ञानी रंजीत सिंह जी को भी भेजी है और उससे उन्होंने उस चिट्ठी के मार्फत से हम उनसे रिक्वेस्ट करते हैं कि आप जल्द से जल्द एक मीटिंग करके ज्ञानी इकबाल सिंह जी को कौम से तनख्वाह किया जाए क्योंकि उन्होंने एक बहुत ही निंदनीय और सिख इतिहास को तोड़ मरोड़ के BBC और अन्य जो नेशनल न्यूज़ चैनल हैं उनके सामने रखा है। उसके अलावा भी गुरुद्वारा प्रबंधक कमेटी हमारे देश के प्रधानमंत्री नरेंद्र मोदी से हमारे होम मिनिस्टर अमित शाह जी से रिक्वेस्ट करती हैं कि जैसे आपने राम मंदिर को लेके और बाकी और सारी चीज़ों को लेके बहुत एक मुद्दा उठा के आज राम मंदिर की भूमि पूजन की है, इससे पूरा विश्व खुश है। हम सिख भाई भी आपसे पूरे सहमत हैं, खुश हैं। उसी तरह हमारे कुछ गुरुद्वारा साहब भी पिछले समयों से तोड़े जा रहे हैं। तो हम आप सब से रिक्वेस्ट करते हैं, हमारी तरफ से एक रिक्वेस्ट है कि हमारे जो गुरुद्वारा साहब है, सबसे पहले हमारा गुरुद्वारा है गुरुद्वारा मंगू माट जो कि उड़ीसा में पुरी के पास है, जो 1615 ईस्वी में बनाया गया था जब गुरु नानक देव जी महाराज अपनी जर्नी के दौरान उड़ीसा पहुँचे थे। वहाँ पे उन्होंने आरती पढ़ी थी और ये हमारे सिखों के और जगन्नाथ मंदिर के बीच में एक अटूट रिश्ता है। ये एक रिश्ता इसलिए भी है क्योंकि ये जो गुरुद्वारा मंगू माट साहब है ये जगन्नाथ मंदिर के एकदम एंट्रेंस गेट के ऊपर ही बना है। दूसरा एक हमारा गुरुद्वारा साहब तोड़ा गया जिसको हम गुरुद्वारा ज्ञान गोदरी साहब के नाम से जानते हैं, जो कि हर की पौड़ी हरिद्वार बॉर्डर ऑफ उत्तर प्रदेश एंड उत्तराखंड में है, जिसको 1969 में तोड़ा गया। सिखों की डिमांड करने के बाद उस गुरुद्वारा साहब को बनाने के लिए वहाँ की लोकल जो गवर्नमेंट है वो हमें कोई दूसरी जगह दे रही है कि आप उस दूसरी जगह पे बना लें, जबकि हम इस बात से बिल्कुल भी सहमत नहीं हैं। 1935 के म्यूनिसिपल कॉरपोरेशन के अगर हम मैप के हिसाब से जाएं तो ज्ञान गोदरी साहब की जो जगह है वो वहीं पे हर की पौड़ी के पास में है, जिसकी स्टेटमेंट वहाँ के DM दीपक रावत ने दी है। और एक हमारा गुरुद्वारा साहब है गुरुद्वारा पत्थर साहब, जो भी एक ऐतिहासिक गुरुद्वारा है। ये गुरुद्वारा साहब लेह लद्दाख में है, जो कि लेह कारगिल रोड पे है 12,000 फीट सी लेवल के ऊपर, जिसको 1970 में तोड़ा गया। ये 1570 ईस्वी में बनाया गया था गुरु नानक देव जी की जर्नी के दौरान, जब वो लेह लद्दाख वाया कश्मीर जाते हुए कैलाश मानसरोवर पहुँचे थे।
तो हम अपनी मौजूदा सरकार से दरख्वास्त करते हैं कि आप जितने भी हिस्टोरिकल प्लेसेस हैं जिनके साथ हमारे सारे सिखों के सेंटिमेंट्स, इमोशन, प्यार सब जुड़ा हुआ है, जैसे आपने राम मंदिर को कंस्ट्रक्ट करा के पूरे दुनिया को खुश किया, वैसे हम चाहते हैं कि हमारे जितने भी गुरु घर तोड़े गए हैं उन्हें रिकंस्ट्रक्ट किया जाए, ताकि हमारे पूरी दुनिया को हमारे सिख गुरुओं की जो हिस्ट्री है और प्रीचिंग्स है उसके बारे पूरे विस्तार में पता लगे। ਸਿੱਖਾਂ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਸ਼ਬਦ ਦੀ ਵਰਤੋਂ ਆਉਂਦੀ ਹੈ। ਅਸਲ ਵਿੱਚ ਰਾਮ ਸ਼ਬਦ ਦੇ ਗੁਰਬਾਣੀ ਅਨੁਸਾਰ ਕੀ ਅਰਥ ਨੇ ਸਿੱਖ ਵਿਦਵਾਨ ਦੱਸਦੇ ਨੇ। ਹੁਣ ਗੁਰੂ ਨਾਨਕ ਪਾਤਸ਼ਾਹ ਹਰਿਦੁਆਰ ਵੀ ਗਏ ਨੇ। ਹਰਿਦੁਆਰ ਜਾ ਕੇ ਉਹਨੇ ਕੀਤਾ ਕਿ ਗੰਗਾ ਦੇ ਵਿੱਚ ਕੁਝ ਲੋਕ ਜਿਹੜੇ ਨੇ ਉਹ ਸੂਰਜ ਵੱਲ ਮੂੰਹ ਕਰਕੇ ਪਾਣੀ ਸੁੱਟ ਰਹੇ ਸੀ। ਗੁਰੂ ਨਾਨਕ ਸਾਹਿਬ ਨੇ ਪੁੱਛਿਆ ਕੀ ਕਰ ਰਹੇ ਹੋ? ਉਹ ਕਹਿੰਦੇ ਜੀ ਅਸੀਂ ਆਪਣੇ ਪਿਤਰਾਂ ਨੂੰ ਪਾਣੀ ਭੇਜ ਰਹੇ ਹਾਂ। ਗੁਰੂ ਨਾਨਕ ਸਾਹਿਬ ਨੇ ਦੂਜੇ ਪਾਸੇ ਮੂੰਹ ਕਰ ਲਿਆ, ਦੂਜੇ ਪਾਸੇ ਮੂੰਹ ਕਰਕੇ ਤੇ ਪਾਣੀ ਸੁੱਟਣਾ ਸ਼ੁਰੂ ਕਰਤਾ। ਉਹਨਾਂ ਨੇ ਪੁੱਛਿਆ ਜੀ ਤੁਸੀਂ ਕੀ ਕਰ ਰਹੇ ਹੋ? ਬਾਬਾ ਤੂੰ ਕੀ ਕਰ ਰਹੇ ਆ? ਇਹ ਉਸ ਵੇਲੇ ਦੀ ਗੱਲ ਹੈ ਜਿਸ ਵੇਲੇ ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਰਹਿੰਦੇ ਸਨ, ਜਿਸ ਵੇਲੇ ਕਰਤਾਰਪੁਰ ਵਸਾ ਚੁੱਕੇ ਸਨ, ਉੱਥੇ ਆਪਣੇ ਖੇਤੀ ਦਾ ਕੰਮ ਕਰਦੇ ਸਨ। ਵੀ ਬਾਬਾ ਕੀ ਕਰ ਰਹੇ ਆ? ਕਹਿੰਦੇ ਤੁਸੀਂ ਆਪਣਾ ਕੰਮ ਕਰੋ, ਮੈਂ ਆਪਣਾ ਕਰ ਰਿਹਾ ਭਾਈ। ਕਹਿੰਦੇ ਪਰ ਕਰ ਕੀ ਰਿਹਾ? ਕਹਿੰਦਾ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ। ਤੁਹਾਡੇ ਖੇਤ ਕਿੱਥੇ ਨੇ? ਕਹਿੰਦੇ ਜੀ ਮੇਰੇ ਖੇਤ ਜਿਹੜੇ ਕਰਤਾਰਪੁਰ ਨੇ। ਉਹ ਸਾਰੇ ਹੱਸ ਪਏ ਕਿ ਇਹ ਤੇਰਾ ਪਾਣੀ ਕਰਤਾਰਪੁਰ ਪਹੁੰਚ ਜਾਏਗਾ, ਇੱਥੋਂ ਸੁੱਟਿਆ। ਉਹ ਕਹਿੰਦਾ ਵੀ ਜੇ ਤੁਹਾਡੇ ਪਿਤਰਾਂ ਨੂੰ ਪਹੁੰਚ ਜਾਏਗਾ ਤੇ ਤੁਹਾਡੇ ਪਿਤਰ ਤੇ ਕਿਸੇ ਹੋਰ ਲੋਕ 'ਚ ਨੇ, ਤੇ ਕਰਤਾਰਪੁਰ ਤੇ 400 ਮੀਲ ਹੈ, ਆ ਪਹੁੰਚਿਆ ਲਾਓ। ਹੁਣ ਤੱਕ ਉੱਥੇ ਫਸਲ ਹਰੀ ਹੋ ਗਈ ਹੋਣੀ ਹੈ ਇੱਥੋਂ ਪਾਣੀ ਸੁੱਟਣ ਨਾਲ। ਗੁਰੂ ਨਾਨਕ ਪਾਤਸ਼ਾਹ ਕਿਸੇ ਧਰਮ ਸਥਾਨ 'ਤੇ ਅਗਰ ਗਏ ਨੇ ਤੇ ਉੱਥੇ ਜ਼ਰੂਰੀ ਨਹੀਂ ਕਿ ਉਹ ਅਕੀਦਤ ਪੇਸ਼ ਕਰਨ ਲਈ ਗਏ ਨੇ, ਉੱਥੇ ਉਹਨਾਂ ਨੂੰ ਸਮਝਾਉਣ ਲਈ ਗਏ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਹੈ ਜਿਹਦੇ ਸਿੱਧ ਗੋਸ਼ਟ ਨਾਂ ਦੀ, ਸਿੱਧਾਂ ਦੇ ਨਾਲ ਉਹਨਾਂ ਦੀ ਜਿਹੜੀ ਗਿਆਨ ਚਰਚਾ ਹੋਈ, ਸਿੱਧਾਂ ਦੀ ਜੋ ਫਿਲਾਸਫੀ ਸੀ ਉਹਨੂੰ ਟੋਟਲ ਰਿਜੈਕਟ ਕੀਤਾ ਗੁਰੂ ਨਾਨਕ ਸਾਹਿਬ ਨੇ। ਹੁਣ ਕੱਲ ਨੂੰ ਕੋਈ ਇਹ ਕਹਿ ਦੇਵੇ ਕਿ ਸਿੱਧਾਂ ਕੋਲ ਗਏ ਸਨ, ਸਿੱਧਾਂ ਨੂੰ ਪੁੱਛਦੇ ਸਨ, ਇਹ ਬੜੀ ਵੱਡੀ ਬੇਵਕੂਫੀ ਹੋਏਗੀ। ਹੁਣ ਜਿਵੇਂ ਰਾਮਚੰਦਰ ਜੀ ਬਾਰੇ ਕਿਹਾ ਜਾ ਰਿਹਾ, ਵਿਦ ਡਿਊ ਰਿਸਪੈਕਟ ਟੂ ਆਲ ਦ ਰਿਲੀਜਨਸ, ਸਾਡਾ ਕਿਸੇ ਧਰਮ ਨਾਲ ਕੋਈ ਵਿਵਾਦ ਨਹੀਂ, ਲੇਕਿਨ ਜੋ ਸਾਡੀ ਫਿਲਾਸਫੀ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਮ ਸ਼ਬਦ ਬਾਰ-ਬਾਰ ਆਉਂਦਾ ਹੈ, ਲੇਕਿਨ ਰਾਮ ਸ਼ਬਦ ਆਉਂਦਾ ਹੈ ਇੱਕ ਅਕਾਲ ਪੁਰਖ ਵਾਸਤੇ। ਉਸ ਰਾਮ ਨੂੰ ਅਸੀਂ ਮੰਨਦੇ ਹਾਂ ਜਿਹੜਾ ਕਣ-ਕਣ ਦੇ ਵਿੱਚ ਰਮਿਆ ਹੋਇਆ। ਇਹਦੇ ਬਾਰੇ ਇੰਨੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿੰਨੇ ਮੈਂ ਪ੍ਰਮਾਣ ਤੁਹਾਨੂੰ ਦੇ ਦੇਵਾਂ ਉਹਨੇ ਥੋੜੇ ਨੇ। ਰਮਤ ਰਾਮ ਸਭ ਕਹਿਓ ਸਮਾਏ, ਰਮਤ ਰਾਮ ਜਿਹੜਾ ਕਣ-ਕਣ 'ਚ ਰਮਿਆ ਹੋਇਆ, ਸਭ ਰਹਿਓ ਸਮਾਏ, ਕਣ-ਕਣ ਦੇ ਵਿੱਚ ਸਮਾਇਆ ਹੋਇਆ। ਅਸੀਂ ਉਸ ਰਾਮ ਨੂੰ ਮੰਨਦੇ ਹਾਂ। ਦਸ਼ਰਥ ਦੇ ਪੁੱਤਰ ਨੂੰ, ਦਸ਼ਰਥ ਦੇ ਪੁੱਤਰ ਨੂੰ ਨਹੀਂ। ਰਾਮ ਰਮਤ ਸੰਤਨ ਸੁਖ ਮਾਨਾ, ਰਮਤ ਰਾਮ ਘਟ ਘਟ ਆਧਾਰ। ਤੇ ਜਿਸਲੇ ਦਸ਼ਰਥ ਦੇ ਪੁੱਤਰ ਰਾਮ ਦੀ ਗੱਲ ਆਉਂਦੀ ਹੈ ਤੇ ਉੱਥੇ ਗੁਰਬਾਣੀ ਬੜੀ ਸਪਸ਼ਟ ਹੈ, ਰੋਵੇ ਰਾਮ ਨਿਕਾਲਾ ਪਿਆ, ਸੀਤਾ ਲక్ష్మణ ਵਿਛੜ ਗਿਆ। ਭਗਤ ਸਾਹਿਬਾਨ ਨੇ ਤੇ ਇੱਥੋਂ ਤੱਕ ਲਿਖ ਦਿੱਤਾ, ਪਾਂਡੇ ਤੁਮਰਾ ਰਾਮ ਚੰਦ ਸੋ ਵੀ ਆਵਤ ਦੇਖਿਆ ਥਾ, ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ। ਜਿਹੜੇ ਰਾਮਚੰਦਰ ਜੀ ਦੀ ਇੱਥੇ ਗੱਲ ਹੋ ਰਹੀ ਹੈ ਉਹਦੇ ਬਾਰੇ ਗੁਰਬਾਣੀ ਤੇ ਇਹ ਕਹਿ ਰਹੀ ਹੈ ਕਿ ਤੁਹਾਡੀ ਪੋਜੀਸ਼ਨ ਇਹ ਹੈ ਜੀ ਕਿ ਤੁਸੀਂ ਰਾਵਣ ਤੁਹਾਡੀ ਬੀਵੀ ਨੂੰ ਚੁੱਕ ਕੇ ਲੈ ਗਿਆ, ਉਹਦੇ ਨਾਲ ਤੁਹਾਡਾ ਝਗੜਾ ਹੋਇਆ ਤੇ ਤੁਸੀਂ ਘਰ ਦੀ ਔਰਤ ਗਵਾ ਬੈਠੇ। ਭਗਤ ਕਬੀਰ ਜੀ ਦੇ 2 ਸ਼ਲੋਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1364 ਤੇ, ਜਿਹੜੇ ਸਾਰੀ ਗੱਲ ਨੂੰ ਬਿਲਕੁਲ ਸਪਸ਼ਟ ਕਰ ਦਿੰਦੇ ਨੇ। ਇੱਕ ਸ਼ਲੋਕ ਹੈ ਉਹਨਾਂ ਦਾ 190 ਨੰਬਰ। 190 ਨੰਬਰ 'ਚ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਰਾਮ ਕਹਿਣ ਮੈਂ ਭੇਦ ਹੈ। ਇਹਦੇ ਵੱਲ ਧਿਆਨ ਦੇਣਾ, ਕਬੀਰ ਰਾਮ ਕਹਿਣ ਮੈਂ ਭੇਦ ਹੈ, ਫਰਕ ਹੈ ਰਾਮ ਕਹਿਣ ਦੇ ਵਿੱਚ। ਤਾਂ ਮੈਂ ਇੱਕ ਵਿਚਾਰ, ਇਹ ਗੱਲ ਜਿਹੜੀ ਹੈ ਸਮਝਣ ਵਾਲੀ ਹੈ। ਇੱਕ ਰਾਮ ਸਭੈ ਕਹੈ ਸੋਈ ਕੌਤਕ ਹਾਰ, ਇੱਕੋ ਰਾਮ ਹੈ ਜਿਹੜਾ ਸਾਰਿਆਂ ਦੇ ਵਿੱਚ ਵਸਿਆ ਹੋਇਆ, ਜਿਹਨੂੰ ਕਿਹਾ ਜਾਂਦਾ ਕਿ ਸਾਰਿਆਂ ਦੇ ਵਿੱਚ ਰਾਮ ਵਸਦਾ ਹੈ। ਇੱਕ ਉਹ ਹੈ ਕੌਤਕ ਹਾਰ ਜਿਹਦੀਆਂ ਰਾਮਲੀਲਾ ਕੀਤੀਆਂ ਜਾਂਦੀਆਂ ਨੇ। ਦੋਨਾਂ ਦੇ ਵਿੱਚ ਫਰਕ ਸਮਝਾਇਆ ਭਗਤ ਕਬੀਰ ਜੀ ਨੇ। ਇਸੇ ਭਗਤ ਕਬੀਰ ਜੀ ਦੇ ਸ਼ਲੋਕਾਂ ਦੇ ਵਿੱਚ ਇੱਕ ਸ਼ਲੋਕ 91 ਨੰਬਰ ਸ਼ਲੋਕ ਹੈ, ਉਹਦੇ ਨਾਲ ਹੀ ਨੈਕਸਟ ਸ਼ਲੋਕ ਹੈ, ਉਹਦੇ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਰਾਮੈ ਰਾਮ ਕਹੋ ਕਹਿਬੇ ਮਾਹੇ ਵਿਵੇਕ। ਰਾਮ ਕਹੋ ਪਰ ਕਹਿਣ ਦੇ ਵਿੱਚ ਵਿਵੇਕ ਹੈ, ਵਿਵੇਕ ਸਮਝ ਦੀ ਵਰਤਣ ਦੀ ਲੋੜ ਹੈ। ਇੱਕ ਅਨੇਕਾ ਮਿਲ ਗਿਆ, ਇੱਕ ਸਮਾਨਾ ਇੱਕ। ਇੱਕ ਰਾਮ ਉਹ ਹੈ ਜਿਹੜਾ ਇੱਕ ਸਰੀਰ ਦੇ ਵਿੱਚ ਆਇਆ, ਇੱਕ ਸਮਾਨਾ ਇੱਕ ਸਰੀਰ ਦੇ ਵਿੱਚ ਆਇਆ। ਇੱਕ ਅਨੇਕਾ ਮਿਲ ਗਿਆ, ਇੱਕ ਉਹ ਹੈ ਜਿਹੜਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ। ਅਸੀਂ ਉਹ ਸਾਰਿਆਂ ਵਿੱਚ ਸਮਾਏ ਹੋਏ ਰਾਮ ਦੀ ਗੱਲ ਕਰਦੇ ਹਾਂ। ਸਾਡਾ ਸੰਬੰਧ ਰਾਮਚੰਦਰ ਜੀ ਨਾਲ ਸਿਰਫ ਇੰਨਾ ਹੈ ਕਿ ਇਸ ਦੇਸ਼ ਦੇ ਕਿਸੇ ਸਟੇਟ ਦੇ ਕਦੀ ਕੋਈ ਉਹ ਰਾਜਾ ਰਹੇ ਸਨ,
ਜਾਂ ਕ੍ਰਿਸ਼ਨ ਜੀ ਉਹ ਵੀ ਰਾਜਾ ਰਹੇ ਸਨ। ਗੁਰਬਾਣੀ ਇਸ ਗੱਲ ਨੂੰ ਕਹਿੰਦੀ ਹੈ ਵੀ ਆਪਣੇ ਆਪਣੇ ਸਮੇਂ ਦੇ ਰਾਜੇ ਹੋਏ ਤੇ ਉਹਨਾਂ ਨੂੰ ਜਿਹੜਾ ਦੇਵਤੇ ਕਹਿ ਕੇ ਪੂਜਿਆ ਜਾ ਰਿਹਾ, ਅਵਤਾਰ ਕਹਿ ਕੇ ਪੂਜਿਆ ਜਾ ਰਿਹਾ। ਸਾਡੀ ਉਹਨਾਂ ਬਾਰੇ ਇਹੀ ਰਿਸਪੈਕਟ ਹੈ। ਅਸੀਂ ਕਿਸੇ ਦੇ ਧਰਮ ਬਾਰੇ ਕੋਈ ਨਰਾਦਰੀ ਦਾ ਲਫ਼ਜ਼ ਨਹੀਂ ਵਰਤਣਾ ਚਾਹੁੰਦੇ, ਸਾਡਾ ਕਿਸੇ ਨਾਲ ਕੋਈ ਵਿਵਾਦ ਨਹੀਂ, ਲੇਕਿਨ ਇਹ ਵੀ ਨਹੀਂ ਚਾਹੁੰਦੇ ਕਿ ਸਾਡੇ ਸਿਧਾਂਤਾਂ ਨੂੰ ਜਿਹੜਾ ਉਹ ਗਲਤ ਕਰਕੇ ਪੇਸ਼ ਕੀਤਾ ਜਾਏ। ਹੁਣ ਤੱਕ ਆਪ ਸਾਰੇ ਦਰਸ਼ਕ ਵੇਖ ਰਹੇ ਸੀ ਪੰਜਾਬੀ ਪੋਸਟ 7 ਦਿਨ ਬੰਗਾਲ ਦੀਆਂ ਖਬਰਾਂ ਤੇ ਦੋ ਮੋਹਨ ਸਿੰਘ ਨੂੰ ਇਜਾਜ਼ਤ ਤੇ ਵੇਖਦੇ ਰਹੋ SDTV। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਤੋਂ ਲੈ ਕੇ ਬੰਗਾਲ ਦੀਆਂ ਹਲਚਲਾਂ, ਦੇਸ਼ ਤੋਂ ਲੈ ਕੇ ਵਿਦੇਸ਼ ਦੀਆਂ ਗੱਲਾਂ, ਗੱਲ ਹੋਵੇ ਕਿ ਸਮਾਜ ਦੀ, ਸਿੱਖਾਂ ਦੀ ਚੜ੍ਹਦੀ ਕਲਾ ਦੀ ਗੱਲ ਪੰਜਾਬੀਆਂ ਅਤੇ ਪੰਜਾਬੀਅਤ ਦੀ, ਰਾਜਨੀਤੀ ਦੇ ਨਾਲ ਸਿੱਖਾਂ ਦੇ ਹੱਕ ਦੀ ਗੱਲ, ਕੌਮ ਦੇ ਗੱਦਾਰ ਹੋ ਜਾਣ ਸਾਵਧਾਨ। ਸਾਡੇ ਸਿਰ ਤੇ ਆਸਰਾ ਗੁਰੂ ਗ੍ਰੰਥ ਸਾਹਿਬ ਜੀ ਦਾ। ਪੰਜਾਬੀ ਪੋਸਟ 7 ਦਿਨ ਬੰਗਾਲ। ਬੰਗਾਲ, ਝਾਰਖੰਡ ਅਤੇ ਪੰਜਾਬ ਦੀਆਂ ਹਰ ਖਬਰਾਂ, ਦੇਸ਼ ਤੋਂ ਲੈ ਕੇ ਵਿਦੇਸ਼ ਦੀਆਂ ਹਰ ਹਲਚਲਾਂ, ਗੱਲ ਹੋਵੇ ਕਿ ਗੁਰਬਾਣੀ ਵਿਚਾਰ ਦੀ, ਸਿੱਖੀ ਸਿਧਾਂਤਾਂ ਦੀ, ਪੰਜਾਬੀਆਂ ਅਤੇ ਸਿੱਖਾਂ ਦੇ ਹੱਕ ਦੀ ਗੱਲ। ਪੰਜਾਬੀ ਪੋਸਟ 7 ਦਿਨ ਬੰਗਾਲ SDTV ਤੇ।